प्यारे विद्यार्थियों, अज दे इस लैक्चर विच असी खेड सट्टां भाव स्पोर्ट्स इंजरीज़ बारे गल करांगे। चाहे तुसी चंगे खिडारी हो, चाहे तुसी स्पोर्ट्स दे कोच हो, चाहे तुसी टीचर हो, या तुसी एक आम इंसान की तरह भी किते विचरदे हो, खेड दे दौरान सੱਟ फेट जिहड़ी आ आम ही लग जाती है। सो सट्टां मुख तौर पर किहड़ियां-किहड़ियां ने, किहड़े-किहड़े खिचाव ने, किहड़ियां-किहड़ियां समस्यावां आउंदियां ने, तो फिर जे सੱਟ लग जाए तो उहदा हल किस तरह करना है, किहड़े-किहड़े तरीके नाल एक जिहड़ा सੱਟ खाई बैठा साडा प्लेयर है जां कोई भी व्यक्ति है, तो उहनूं असीं उहदा किवें इलाज करना है, उहनूं फस्ट एड किवें देनी है, तो किहड़ी-किहड़ी सੱਟ दा किहड़ा-किहड़ा इलाज है, आओ अज दे लैक्चर दे विच संखेप दे विच आपां देखीए। और ये एक कल्ला पढ़ाई दा पार्ट नहीं, ये जिंदगी दा पार्ट है, तो इहनूं पूरी तरह नाल ध्यान नाल सुणिओ, समझिओ अते अपने साथियों नाल इहनूं शेयर जरूर करिओ। सो आओ खेड सट्टां भाव स्पोर्ट्स इंजरीज़ बारे गल करिए। सो खेडदिआं सੱਟ अक्सर लग जाती है, तो जिहड़ी सरीरक योग्यता है ਉਹ ਵਧਾਉਣ ਅਤੇ ਮਨੋਰੰਜਨ ਕਰਨ ਲਈ ਖੇਡਾਂ ਵਿੱਚ ਜਦੋਂ ਕੋਈ ਭਾਗ ਲੈਂਦਾ ਹੈ ਤਾਂ ਉਹਨੂੰ ਇਹ ਜ਼ਰੂਰ ਆਪਣੇ ਮਾਈਂਡ ਵਿੱਚ ਰੱਖਣਾ ਚਾਹੀਦਾ ਕਿ ਖਿਡਾਰੀ ਜਿਹੜਾ ਹੈ ਉਹ ਸੱਟਾਂ ਦੇ ਨਾਲ ਉਹਦਾ ਬਹੁਤ ਕਰੀਬੀ ਰਿਸ਼ਤਾ ਹੈਗਾ। ਸੱਟਾਂ ਲੱਗ ਜਾਂਦੀਆਂ ਨੇ, ਪਰ ਉਹ ਜਿਹੜੀ ਸੱਟ ਹੈ ਉਹਦੇ ਚਲੋ ਕਾਰਨ ਵੀ ਵੱਖਰੇ ਨੇ, ਉਹਦਾ ਨਿਵਾਰਨ ਵੀ ਵੱਖਰਾ ਹੈਗਾ। ਸੋ ਅੱਜ ਦੇ ਚੈਪਟਰ ਦੇ ਵਿੱਚ ਅਸੀਂ ਦੇਖ ਰਹੇ ਹੈਗਾ ਕਿ ਕਿਹੜੀਆਂ-ਕਿਹੜੀਆਂ ਸੱਟਾਂ ਕਿਵੇਂ-ਕਿਵੇਂ ਲੱਗਦੀਆਂ, ਕਿਵੇਂ-ਕਿਵੇਂ ਉਹਨਾਂ ਦਾ ਬਚਾਅ ਹੋ ਸਕਦਾ। ਪਹਿਲੀ ਗੱਲ ਤਾਂ ਜਿਹੜੀਆਂ ਖੇਡ ਸੱਟਾਂ ਦੀਆਂ ਕਿਸਮਾਂ ਨੇ ਨਾ, ਇਹਨਾਂ ਨੂੰ ਅਸੀਂ ਮੁੱਖ ਤੌਰ ਦੇ ਉੱਤੇ ਖੇਡ ਸੱਟਾਂ ਬਾਰੇ ਜਿਹੜੀ ਜਾਣਕਾਰੀ ਪ੍ਰਾਪਤ ਅਸੀਂ ਕਰਦੇ ਹਾਂ ਕਿ ਸੱਟ ਲੱਗਣ ਦੇ ਕਾਰਨ ਅਤੇ ਇਹਨਾਂ ਸੱਟਾਂ ਨਾਲ ਜਿਹੜੇ ਸਾਡੇ ਤੰਤੂਆਂ ਨੂੰ ਹੋਣ ਵਾਲੇ ਨੁਕਸਾਨ ਨੇ, ਇਹਦੇ ਆਧਾਰ 'ਤੇ ਦੋ ਭਾਗਾਂ ਵਿੱਚ ਅਸੀਂ ਵੰਡਦੇ ਹਾਂ। ਸੱਟ ਲੱਗਣ ਦੇ ਕਾਰਨ, ਠੀਕ ਹੈ ਜੀ। ਫਸਟ ਆਫ ਆਲ ਤਾਂ ਅਸੀਂ ਇਹ ਦੇਖਦੇ ਹਾਂ ਕਿ ਸੱਟ ਲੱਗਣ ਦਾ ਕਾਰਨ ਕੀ ਹੈ, ਕਾਰਨ ਜਾਣਦੇ ਹਾਂ ਕਿਉਂ ਸੱਟ ਲੱਗੀ, ਠੀਕ। ਦੂਜੇ ਨੰਬਰ ਦੇ ਉੱਤੇ ਅਸੀਂ ਦੇਖਦੇ ਹਾਂ ਪ੍ਰਤੱਖ ਸੱਟ ਜਿਹੜੀ ਹੈ। ਸੋ ਇੱਕ ਤਾਂ ਉਹ ਪ੍ਰਤੱਖ ਸੱਟਾਂ ਕਿਹੜੀਆਂ ਸੱਟਾਂ ਹੁੰਦੀਆਂ ਨੇ, ਸੱਟ ਵਿੱਚ ਸਪਸ਼ਟ ਰੂਪ ਵਿੱਚ ਦਿਖਾਈ ਦੇ ਰਿਹਾ ਹੁੰਦਾ ਹੈ ਕਿ ਜਿਵੇਂ ਹਾਕੀ ਕ੍ਰਿਕਟ ਦਾ ਬੋਲ ਆਦਿ ਦੇ ਵੱਜਣ ਕਾਰਨ ਜਿਹੜੀਆਂ ਸੱਟਾਂ ਲੱਗਦੀਆਂ, ਇਹ ਖਤਰਨਾਕ ਵੀ ਹੋ ਸਕਦੀਆਂ ਨੇ। ਹੱਡੀ ਦਾ ਟੁੱਟਣਾ ਇਹਦੇ ਵਿੱਚ ਆਮ ਹੋ ਜਾਂਦਾ ਹੈ, ਅਤੇ ਇਹ ਪ੍ਰਤੱਖ ਸੱਟ ਹੈ ਜਿਹੜੀ ਸਾਨੂੰ ਡਾਇਰੈਕਟ ਲੱਗੀ ਦਿਖਾਈ ਦੇ ਰਹੀ ਹੈ। ਦੂਜੀ ਹੈਗੀ ਆ ਅਪ੍ਰਤੱਖ ਸੱਟ। ਖੇਡ ਦੌਰਾਨ ਖੇਡ ਕਿਰਿਆ ਕਰਦੇ ਸਮੇਂ ਜਦੋਂ ਖਿਡਾਰੀ ਨੂੰ ਕੋਈ ਅੰਦਰੂਨੀ ਸੱਟ ਲੱਗ ਜਾਂਦੀ ਹੈਗੀ ਆ, ਠੀਕ ਹੈ, ਜਿਵੇਂ ਖੇਡਦੇ ਸਮੇਂ ਪੈਰ ਮੁੱਚ ਗਿਆ, ਕੋਈ ਲੰਮੀ ਛਾਲ ਮਾਰੀ, ਖਰਾਬ ਲੈਂਡਿੰਗ ਹੋ ਗਈ, ਗਲਤ ਥਾਂ 'ਤੇ ਪੈਰ ਧਰ ਲਿਆ, ਤਾਂ ਉਹਦੇ ਨਾਲ ਜਿਹੜੀ ਅੰਦਰੂਨੀ ਤੌਰ ਦੇ ਉੱਤੇ ਸੱਟ ਜਿਹੜੀ ਦੇਖਣ ਨੂੰ ਨਜ਼ਰ ਨਹੀਂ ਆਉਣੀ ਆ ਰਹੀ, ਲੇਕਿਨ ਅੰਦਰੂਨੀ ਤੌਰ 'ਤੇ ਉਹ ਬਹੁਤ ਤਕਲੀਫ ਦੇ ਵਿੱਚ ਆ ਜਾਂਦਾ, ਕੋਈ ਮੋਚ ਆ ਗਈ, ਅਤੇ ਉਹਨੂੰ ਅਸੀਂ ਅਪ੍ਰਤੱਖ ਸੱਟ ਕਹਿੰਦੇ ਹਾਂ, ਠੀਕ ਹੈ ਜੀ। ਅੱਗੇ ਹੈ ਵੱਧ ਕੰਮ ਜਾਂ ਦਬਾਅ ਕਾਰਨ ਸੱਟਾਂ। ਅਜਿਹੀਆਂ ਸੱਟਾਂ ਅਜਿਹੀਆਂ ਹੁੰਦੀਆਂ ਨੇ ਜਿਹੜਾ ਕਿ ਆਪਣੇ ਤਣਾਅ ਕਰਕੇ ਜਾਂ ਬਹੁਤ ਜ਼ਿਆਦਾ ਅਸੀਂ ਲੋੜ ਤੋਂ ਵੱਧ, ਸਮਰੱਥਾ ਤੋਂ ਵੱਧ ਕੋਈ ਦਬਾਅ ਲੈ ਕੇ ਕੰਮ ਕਰ ਲੈਂਦੇ ਹਾਂ, ਤਾਂ ਉਹਦੇ ਨਾਲ ਬਹੁਤ ਸਾਰੀਆਂ ਸੱਟਾਂ ਜਿਹੜੀਆਂ ਸਾਡੇ ਅੰਦਰ ਖਾਤੇ ਸਾਨੂੰ ਪ੍ਰੋਬਲਮ ਖੜੀ ਕਰ ਦਿੰਦੀਆਂ ਹੈਗੀਆਂ ਨੇ। ਸੋ ਇਹ ਜਿਹੜੀਆਂ ਸੱਟਾਂ ਨੇ ਇਹਨਾਂ ਨੂੰ ਅਸੀਂ ਤਿੰਨ ਭਾਗਾਂ ਦੇ ਵਿੱਚ ਦੇਖਿਆ, ਪ੍ਰਤੱਖ, ਅਪ੍ਰਤੱਖ ਅਤੇ ਵੱਧ ਕੰਮ ਜਾਂ ਦਬਾਅ ਕਾਰਨ ਲੱਗੀਆਂ ਸੱਟਾਂ। ਹੁਣ ਜੇ ਅਸੀਂ ਤੰਤੂਆਂ ਦੇ ਆਧਾਰ 'ਤੇ ਸੱਟਾਂ ਦੀ ਵੰਡ ਕਰੀਏ ਤਾਂ ਨਾਜ਼ੁਕ ਤੰਤੂਆਂ ਦੀਆਂ ਸੱਟਾਂ, ਇਹ ਖੇਡ ਮੈਦਾਨ ਦੇ ਵਿੱਚ ਲੱਗਣ ਵਾਲੀਆਂ ਸਭ ਤੋਂ ਵੱਧ ਸੱਟਾਂ ਇਸ ਕਿਸਮ ਦੀਆਂ ਹੁੰਦੀਆਂ ਨੇ, ਠੀਕ ਹੈ। ਜਿਵੇਂ ਬਾਹਰੀ ਚਮੜੀ 'ਤੇ ਰਗੜ, ਜ਼ਖਮ ਆਦਿ, ਸਧਾਰਨ ਸੱਟਾਂ ਤੋਂ ਇਲਾਵਾ ਮਾਸਪੇਸ਼ੀਆਂ ਵਿੱਚ ਖਿਚਾਅ, ਜੋੜਾਂ ਵਿੱਚ ਖਿਚਾਅ, ਠੀਕ ਹੈ, ਮੋਚ ਆਦਿ, ਇਹ ਜਿਹੜੀਆਂ ਹੈਗੀਆਂ ਨਾਜ਼ੁਕ ਤੰਤੂਆਂ ਦੀਆਂ ਸੱਟਾਂ ਅਸੀਂ ਇਹਨਾਂ ਨੂੰ ਕਹਿੰਦੇ ਹੈਗੇ ਹਾਂ। ਉਸ ਤੋਂ ਬਾਅਦ ਆ ਜਾਂਦੀਆਂ ਸਖਤ ਤੰਤੂਆਂ ਦੀਆਂ ਸੱਟਾਂ। ਜਿਹੜੀਆਂ ਸਖਤ ਤੰਤੂਆਂ ਦੀਆਂ ਸੱਟਾਂ ਨੇ, ਖੇਡਦੇ ਸਮੇਂ ਖਿਡਾਰੀ ਨੂੰ ਲੱਗਣ ਵਾਲੀਆਂ ਕੁਝ ਗੰਭੀਰ ਸੱਟਾਂ ਇਸ ਸ਼੍ਰੇਣੀ ਵਿੱਚ ਆਉਂਦੀਆਂ ਨੇ, ਜਿਵੇਂ ਹੱਡੀ ਦਾ ਟੁੱਟਣਾ, ਜੋੜ ਦਾ ਖੁੱਲ੍ਹਣਾ। ਇਸ ਬਾਹਰੀ ਤੇਜ਼ ਸੱਟ ਕਾਰਨ ਹੱਡੀ ਨੂੰ ਨੁਕਸਾਨ ਹੁੰਦਾ ਹੈ ਅਤੇ ਅੰਦਰੂਨੀ ਖੂਨ ਦਾ ਰਿਸਾਅ ਹੱਡੀ ਦੇ ਨੇੜੇ ਤੰਤੂਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਪ੍ਰਕਾਰ ਦੀ ਸੱਟ ਵਿੱਚ ਖਿਡਾਰੀ ਨੂੰ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸ ਨੂੰ ਲੰਮੇ ਸਮੇਂ ਤੱਕ ਇਲਾਜ ਜਿਹੜਾ ਹੈ ਉਹ ਕਰਾਉਣਾ ਪੈਂਦਾ ਹੈਗਾ। ਹੁਣ ਸੱਟਾਂ ਦੇ ਕਾਰਨ ਅਸੀਂ ਦੇਖ ਰਹੇ ਹੈਗੇ ਹਾਂ, ਆਹ ਤੁਹਾਡੇ ਸਾਹਮਣੇ ਸੱਟਾਂ ਦੇ ਕਾਰਨ ਨੇ। ਕੋਈ ਕਾਰਨ ਤਾਂ ਬਣਦਾ ਨਾ, ਬਿਨਾਂ ਕਾਰਨ ਤੋਂ ਕੁਛ ਨਹੀਂ ਹੁੰਦਾ। ਪਹਿਲੇ ਨੰਬਰ 'ਤੇ ਹੈਗਾ ਅਣਉਚਿਤ ਵਾਧੂ ਭਾਰ। ਕਈ ਵਾਰੀ ਜਿਹੜਾ ਭਾਰ ਹੈ, ਕਈ ਖਿਡਾਰੀ ਜਲਦੀ ਆਪਣਾ ਨਾਮ ਕਮਾਉਣ ਲਈ ਜਾਂ ਕਈ ਕੋਚ ਆਪਣਾ ਨਾਮ ਕਮਾਉਣ ਲਈ ਖਿਡਾਰੀ ਨੂੰ ਨਾ ਓਵਰ ਟ੍ਰੇਨਿੰਗ ਦੇ ਦਿੰਦੇ ਆ, ਜ਼ਿਆਦਾ ਉਹਦੇ 'ਤੇ ਭਾਰ ਪਾ ਦਿੰਦੇ ਆ ਤਾਂ ਕਿ ਉਹ ਜਲਦੀ ਕੋਈ ਸਟਾਰ ਬਣਾਉਣਾ ਚਾਹੁੰਦੇ ਹੁੰਦੇ ਆ। ਕਿਉਂਕਿ ਤੁਹਾਨੂੰ ਪਤਾ ਸਹਿਜ ਪੱਕੇ ਸੋ ਮੀਠਾ ਹੋਏ ਵਾਲੀ ਗੱਲ ਹੈ। ਜਿਹੜੇ ਅਣਉਚਿਤ ਵਾਧੂ ਭਾਰ, ਮਤਲਬ ਉਹਨੂੰ ਬਹੁਤ ਜ਼ਿਆਦਾ ਓਵਰਲੋਡ ਕਰ ਦੇਣਾ ਕਿਸੇ ਵੀ
ਚੀਜ਼ ਦੇ ਨਾਲ ਉਹਨੂੰ ਉਹਦੀ ਸੀਮਾ ਤੋਂ ਸਮਰੱਥਾ ਤੋਂ ਵੱਧ ਜ਼ੋਰ ਲਵਾਈ ਜਾਣਾ, ਉਹਦੇ ਨਾਲ ਜਿਹੜਾ ਹੈ ਇੰਜਰੀਜ਼ ਹੋ ਜਾਂਦੀਆਂ ਨੇ, ਨੁਕਸਾਨ ਹੋ ਜਾਂਦਾ। ਫਿਰ ਗਲਤ ਤਕਨੀਕ, ਕਈ ਵਾਰੀ ਜਿਹੜੀ ਸਾਡੀ ਤਕਨੀਕ ਹੁੰਦੀ ਆ ਉਹ ਬਹੁਤ ਜ਼ਿਆਦਾ ਗਲਤ ਹੁੰਦੀ ਹੈ, ਜਿਹਦੇ ਨਾਲ ਜੋੜਾਂ ਦੇ ਉੱਤੇ, ਮਾਸਪੇਸ਼ੀਆਂ ਦੇ ਉੱਤੇ ਦਬਾਅ ਪੈਂਦਾ ਅਤੇ ਖਿਡਾਰੀ ਜਿਹੜਾ ਦਰਦ ਮਹਿਸੂਸ ਕਰਦਾ ਅਤੇ ਕਈ ਥਾਵਾਂ 'ਤੇ ਅੰਗਾਂ 'ਤੇ ਸੋਜਿਸ਼ ਆ ਜਾਂਦੀ ਹੈ। ਇਸ ਪ੍ਰਕਾਰ ਦੀ ਸੱਟ ਲੰਮੇ ਸਮੇਂ ਤੱਕ ਖਿਡਾਰੀ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਦੀ ਹੈ। ਇਹ ਤੋਂ ਇਲਾਵਾ ਅਗਲਾ ਕਾਰਨ ਹੈ ਸਹੀ ਢੰਗ ਨਾਲ ਨਾ ਗਰਮਾਉਣਾ। ਇਹ ਬਹੁਤ ਵੱਡੀ ਸਮੱਸਿਆ। ਅਸੀਂ ਖੇਡ ਮੈਦਾਨ ਦੇ ਵਿੱਚ ਜਾ ਕੇ ਸਿੱਧਾ ਖੇਡਣ ਦੇ ਵਿੱਚ ਹੀ ਲੱਗ ਜਾਂਦੇ ਹਾਂ ਅਤੇ ਅਸੀਂ ਆਪਦੇ ਆਪ ਨੂੰ ਵਾਰਮ ਅਪ ਨਹੀਂ ਕਰਦੇ। ਜਦੋਂ ਅਸੀਂ ਆਪਣੇ ਆਪ ਨੂੰ ਵਾਰਮ ਅਪ ਨਹੀਂ ਕਰਾਂਗੇ ਤਾਂ ਫਿਰ ਸੱਟਾਂ ਜਿਹੜੀਆਂ ਨੇ ਉਹ ਠੰਡੇ ਸਰੀਰ ਨੂੰ ਜ਼ਿਆਦਾ ਲੱਗਦੀਆਂ ਵੀ ਨੇ ਅਤੇ ਦੁੱਖਦਾਈ ਵੀ ਜ਼ਿਆਦਾ ਹੁੰਦੀਆਂ ਨੇ। ਸਿੱਧੀ ਟੱਕਰ, ਬਹੁਤ ਵਾਰੀ ਕੀ ਹੁੰਦਾ ਹੈਗਾ ਕਿ ਜਿਵੇਂ ਤੁਸੀਂ ਦੇਖ ਰਹੇ ਹੋ, ਖੇਡਾਂ ਦਾ ਜ਼ਿਕਰ ਤੁਹਾਡੇ ਸਾਹਮਣੇ ਕੀਤਾ ਹੋਇਆ ਹੈ ਤੁਹਾਡੀ ਸਕਰੀਨ ਦੇ ਉੱਤੇ। ਖਿਡਾਰੀ ਆਪਸ ਦੇ ਵਿੱਚ ਸਿੱਧੇ ਟਕਰਾ ਜਾਂਦੇ ਆ ਅਤੇ ਸਿੱਧੀ ਟੱਕਰ ਹੋਣ ਕਰਕੇ ਉਹ ਬਹੁਤ ਸਾਰੀਆਂ ਸੱਟਾਂ ਦਾ ਸ਼ਿਕਾਰ ਹੋ ਜਾਂਦੇ ਹੈ। ਖਰਾਬ ਖੇਡ ਮੈਦਾਨ ਅਤੇ ਘਟੀਆ ਉਪਕਰਨ, ਕਈ ਵਾਰੀ ਸਾਡੀ ਜਿਹੜੀ ਖੇਡਣ ਸਮੱਗਰੀ ਹੈ ਉਹ ਸਹੀ ਨਹੀਂ ਹੁੰਦੀ। ਮੈਦਾਨ ਦੇ ਵਿੱਚ ਰੋੜੇ ਵੱਟੇ ਹੁੰਦੇ ਨੇ, ਗਰਾਊਂਡ ਪ੍ਰੋਪਰ ਨਹੀਂ ਬਣੀ ਹੁੰਦੀ, ਠੀਕ ਹੈ। ਅਤੇ ਹਾਕੀ, ਜੈਵਲਿਨ, ਹੈਮਰ ਆਦਿ ਚੰਗੀ ਕੁਆਲਿਟੀ ਦੇ ਨਹੀਂ ਹੋਣ ਕਰਕੇ, ਸੋ ਮਾੜੇ ਉਪਕਰਨਾਂ ਕਰਕੇ ਜਿਹੜੇ ਖੇਡ ਸੰਦ ਨੇ ਸਾਡੇ ਉਹ ਚੰਗੇ ਨਾ ਹੋਣ ਤਾਂ ਵੀ ਸੱਟ ਲੱਗ ਜਾਂਦੀ ਹੈ, ਅਤੇ ਜਾਂ ਫਿਰ ਗਰਾਊਂਡ ਪ੍ਰੋਪਰ ਨਾ ਹੋਵੇ ਤਾਂ ਵੀ ਸੱਟ ਜਿਹੜੀ ਆ ਉਹ ਲੱਗ ਜਾਂਦੀ ਹੈ। ਅੱਗੇ ਹੈ ਸਰੀਰਕ ਯੋਗਤਾ ਦੀ ਘਾਟ। ਖਿਡਾਰੀ ਦੀ ਸਰੀਰਕ ਤੌਰ 'ਤੇ ਕਿਸੇ ਮੁਕਾਬਲੇ ਲਈ ਉਹ ਤਿਆਰ ਹੀ ਨਹੀਂ ਹੁੰਦਾ। ਮੁਕਾਬਲੇ ਤੋਂ ਪਹਿਲਾਂ ਸਿਖਲਾਈ ਦਿੰਦੇ ਸਮੇਂ ਖਿਡਾਰੀ ਸਰੀਰਕ ਗੁਣਾਂ ਜਿਹੜੇ ਹੈਗੇ ਆ ਉਹਨਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਜੇ ਉਹਦੇ 'ਚ ਗੁਣ ਹੈ ਨਹੀਂ, ਆਪਾਂ ਨੂੰ ਕਿਸੇ ਧੱਕੇ ਨਾਲ ਕਿਸੇ ਗੇਮ ਦੇ ਵਿੱਚ ਪਾ ਰਹੇ ਹੈਗੇ ਆ ਅਤੇ ਉਹਦੇ ਵਿੱਚ ਉਹਨੂੰ ਪੂਰਾ ਟ੍ਰੇਨਡ ਨਹੀਂ ਕੀਤਾ ਹੋਇਆ ਤਾਂ ਉਹਦੇ ਕਰਕੇ ਵੀ ਉਹ ਸੱਟ ਦਾ ਸ਼ਿਕਾਰ ਹੋ ਜਾਂਦਾ। ਜਾਣਕਾਰੀ ਦੀ ਘਾਟ ਨਾਲ ਵੀ ਸੱਟਾਂ ਜਿਹੜੀਆਂ ਨੇ ਉਹ ਲੱਗਦੀਆਂ ਨੇ, ਕਿਉਂਕਿ ਸਾਨੂੰ ਕਈ ਵਾਰੀ ਨਿਯਮ ਨਹੀਂ ਪਤਾ ਹੁੰਦੇ ਅਤੇ ਕਈ ਵਾਰੀ ਸਾਨੂੰ ਆਪਣੇ ਆਪ ਨੂੰ ਕਿਵੇਂ ਵਾਰਮ ਅਪ ਕਰਨਾ, ਖੇਡ ਨਿਯਮਾਂ ਦਾ ਹੀ ਨਹੀਂ ਪਤਾ ਹੁੰਦਾ। ਉਹਦੇ 'ਚ ਵੀ ਅਸੀਂ ਜਦੋਂ ਕਾਹਲੀ ਕਰਦੇ ਹਾਂ ਤਾਂ ਅਸੀਂ ਸੱਟ ਦਾ ਸ਼ਿਕਾਰ ਹੋ ਜਾਂਦੇ ਹੈਗੇ ਹਾਂ। ਹੁਣ ਜਿਹੜੇ ਸਾਡੇ ਕਾਰਨ ਅਸੀਂ ਪੜ੍ਹੇ ਨੇ, ਉਹਨਾਂ ਕਾਰਨਾਂ ਦੇ ਵਿੱਚ ਹੀ ਸਾਡੇ ਨਿਵਾਰਨ ਵੀ ਲੁਕੇ ਹੋਏ ਨੇ। ਇਲਾਜ ਨਾਲੋਂ ਪਰਹੇਜ਼ ਚੰਗਾ। ਪਹਿਲੀ ਗੱਲ, ਸਹੀ ਤਰੀਕੇ ਨਾਲ ਵਾਰਮ ਅਪ ਹੋ। ਜੇ ਅਸੀਂ ਸਹੀ ਤਰੀਕੇ ਨਾਲ ਵਾਰਮ ਅਪ ਹੋਵਾਂਗੇ ਤਾਂ ਸੱਟਾਂ ਤੋਂ ਬਚੇ ਰਹਾਂਗੇ। ਦੂਜਾ, ਬਚਾਅ ਉਪਕਰਨਾਂ ਦੀ ਲੋੜ। ਹੁਣ ਜਿਵੇਂ ਫੁੱਟਬਾਲ ਵਿੱਚ ਅਸੀਂ ਸ਼ਿਨ ਪੈਡ, ਕ੍ਰਿਕਟ ਦੇ ਵਿੱਚ ਹੈਲਮਟ, ਭਾਰ ਚੁੱਕਣ ਵੇਲੇ ਬੈਲਟ ਦੀ ਵਰਤੋਂ ਕਰਦੇ ਹਾਂ, ਬਾਕਸਿੰਗ ਦੇ ਵਿੱਚ ਦੰਦਾਂ ਲਈ ਅਸੀਂ ਗਾਰਡ ਆਦਿ ਵਰਤਦੇ ਹਾਂ। ਤਾਂ ਜਿਹੜੀਆਂ ਚੀਜ਼ਾਂ ਸਾਨੂੰ ਸੱਟ ਤੋਂ ਬਚਾਉਂਦੀਆਂ ਨੇ ਉਹ ਮਾਰਕੀਟ 'ਚ ਅਵੇਲੇਬਲ ਨੇ, ਉਹਨਾਂ ਦਾ ਇਸਤੇਮਾਲ ਸਾਨੂੰ ਕਰ ਲੈਣਾ ਚਾਹੀਦਾ। ਦੂਜੇ ਨੰਬਰ 'ਤੇ ਆ ਗਿਆ ਖੇਡ ਨਿਯਮਾਂ ਦੀ ਪਾਲਣਾ। ਖੇਡ ਨਿਯਮਾਂ ਦੀ ਪਾਲਣਾ ਜਿਹੜੀ ਹੈ ਇਹਦਾ ਮਤਲਬ ਇਹ ਹੁੰਦਾ ਕਿ ਕਿਸੇ ਟਾਈਮ ਕਦੋਂ ਅਟੈਕ ਕਰਨਾ, ਕਦੋਂ ਡਿਫੈਂਸ ਕਰਨਾ। ਕੁਝ ਖੇਡ ਨਿਯਮ ਬਣੇ ਹੋਏ ਨੇ, ਉਹ ਨਿਯਮਾਂ ਦੇ ਵਿੱਚ ਰਹਿ ਕੇ ਹੀ ਅਗਰ ਕੋਈ ਖੇਡੇ ਤਾਂ ਉਹ ਸੱਟ ਮਾਰਦਾ ਵੀ ਨਹੀਂ ਅਤੇ ਸੱਟ ਖਾਂਦਾ ਵੀ ਨਹੀਂ ਹੈਗਾ। ਚੌਥਾ ਪੁਆਇੰਟ ਹੈ ਸਹੀ ਖੇਡ ਮੈਦਾਨ। ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਕਿ ਕਈ ਟੋਏ ਟਿੱਬੇ, ਕਈ ਤਰ੍ਹਾਂ ਦੇ ਮੈਦਾਨ ਹੀ ਸਹੀ ਨਹੀਂ ਹੁੰਦੇ, ਉੱਥੇ ਠੱਸਦੇ ਥਾਵਾਂ 'ਤੇ ਪੈਰ ਧਰਿਆ ਜਾਂਦਾ ਅਤੇ ਖਿਡਾਰੀ ਮੁਸ਼ਕਲ ਦਾ ਸ਼ਿਕਾਰ ਹੋ ਜਾਂਦਾ, ਆਪਣਾ ਕੈਰੀਅਰ ਬਰਬਾਦ ਕਰ ਲੈਂਦਾ। ਸੋ ਸਹੀ ਖੇਡ ਮੈਦਾਨ ਹੋਣਾ ਚਾਹੀਦਾ। ਸਰੀਰਕ ਯੋਗਤਾ, ਭਾਵ ਜਿਹੜੀ ਗੇਮ ਅਸੀਂ ਖੇਡਦੇ ਹਾਂ ਉਸ ਗੇਮ ਦੇ ਲਈ ਸਾਡੇ ਕੋਲ ਫਿਟਨੈਸ ਹੋਣੀ ਜ਼ਰੂਰੀ ਹੈ, ਅਤੇ ਉਹ ਫਿਟਨੈਸ ਤੋਂ ਬਿਨਾਂ ਅਸੀਂ, ਉਹ ਯੋਗਤਾ ਤੋਂ ਬਿਨਾਂ, ਸਰੀਰਕ ਯੋਗਤਾ ਤੋਂ ਬਿਨਾਂ ਉਸ ਗੇਮ ਦੇ ਵਿੱਚ ਅਸੀਂ ਧੱਕਾ ਕਰਕੇ ਆਪਦਾ ਨੁਕਸਾਨ ਹੀ ਕਰ ਰਹੇ ਹੁੰਦੇ ਹਾਂ, ਨਾਲੇ ਟੀਮ ਦਾ ਨਾਲੇ ਆਪਣਾ। ਇਹਦੇ ਤੋਂ ਬਚਾਅ ਰੱਖਣਾ ਜ਼ਰੂਰੀ ਹੈ। ਫਿਰ ਜੇ ਸੱਟ ਲੱਗ ਜਾਵੇ ਜਾਂ ਸਾਨੂੰ ਕਿਸੇ ਕਿਸਮ ਦੀ ਕੋਈ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਆਰਾਮ ਦੀ ਲੋੜ ਹੁੰਦੀ ਹੈ। ਜੇ ਖਿਡਾਰੀ ਪ੍ਰੋਪਰ ਆਰਾਮ ਹੀ ਨਹੀਂ ਕਰਦਾ, ਉਹਦੀ ਥਕਾਵਟ ਦੂਰ ਹੀ ਨਹੀਂ ਹੁੰਦੀ, ਤਾਂ ਫਿਰ ਹੌਲੀ ਹੌਲੀ ਉਹ ਸੱਟ ਦਾ ਸ਼ਿਕਾਰ ਹੋਏਗਾ ਤਾਂ ਉਹਦਾ ਸਰੀਰ ਜਿਹੜਾ ਹੈਗਾ ਉਹ ਡੈਮੇਜ ਹੋਏਗਾ। ਅੱਗੇ ਹੈ ਸਾਡੇ ਕੋਲ ਸੰਤੁਲਿਤ ਭੋਜਨ। ਇਹੀ ਨਹੀਂ ਕਿ ਬਹੁਤ ਕੁਝ ਖਾਈ ਜਾਣਾ, ਜੋ ਸਾਨੂੰ ਚਾਹੀਦਾ, ਜੋ ਸਾਨੂੰ ਕਾਰਬੋਹਾਈਡਰੇਟਸ ਚਾਹੀਦੇ ਆ, ਪ੍ਰੋਟੀਨ ਚਾਹੀਦੇ ਆ, ਜਿੰਨੀ ਮਾਤਰਾ ਵਿੱਚ ਚਾਹੀਦੇ ਆ ਉਨੀ ਮਾਤਰਾ ਵਿੱਚ ਅਸੀਂ ਉਹਨੂੰ ਖਾਈਏ ਅਤੇ ਉਹ ਸਾਡੇ ਲਈ ਫਾਇਦੇਮੰਦ ਹੋਏਗਾ। ਜੇ ਸਾਡੀ ਡਾਈਟ ਬੈਲੈਂਸ ਨਹੀਂ ਹੈ, ਜੇ ਅਸੀਂ ਤਲੀਆਂ ਚੀਜ਼ਾਂ ਖਾਂਦੇ ਹਾਂ, ਬਰਗਰ ਵਗੈਰਾ ਖਾਂਦੇ ਹਾਂ ਅਤੇ ਉਹ ਤੋਂ ਬਾਅਦ ਅਸੀਂ ਗਰਾਊਂਡ ਦੇ ਵਿੱਚ ਆਪਣੇ ਆਪ ਨੂੰ ਫਿੱਟ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਸਾਡੀ ਮੂਰਖਤਾ ਹੋਏਗੀ। ਸੰਤੁਲਿਤ ਭੋਜਨ ਇਹਦੇ ਲਈ ਬੜਾ ਜ਼ਰੂਰੀ ਹੈ। ਹੁਣ ਮੰਨ ਲਓ ਜੇ ਕਿਸੇ ਦੇ ਸੱਟ ਲੱਗ ਗਈ ਤਾਂ ਅਸੀਂ ਉਹਨੂੰ ਸਭ ਤੋਂ ਪਹਿਲਾਂ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਜਿਹੜੀ ਅਸੀਂ ਉਹਨੂੰ ਸਹਾਇਤਾ ਦਿੰਦੇ ਹਾਂ ਉਹ ਸਾਡੇ ਕੋਲ ਹੁੰਦੀ ਹੈ ਮੁੱਢਲੀ ਸਹਾਇਤਾ। ਅਤੇ ਮੁੱਢਲੀ ਸਹਾਇਤਾ ਦਾ ਨਿਯਮ ਹੁੰਦਾ ਕਿ ਅਸੀਂ ਉਸ ਵਿਅਕਤੀ ਨੂੰ ਜਿਸ ਹਾਲਤ ਵਿੱਚ ਸਾਨੂੰ ਮਿਲਿਆ, ਕਮ ਸੇ ਕਮ ਉਹਨੂੰ ਅਸੀਂ ਉਸ ਹਾਲਤ ਵਿੱਚ ਰੱਖੀਏ ਜਿਸ ਹਾਲਤ ਵਿੱਚ ਉਹ ਸਾਨੂੰ ਸੱਟ ਫੇਟ ਦਾ ਸ਼ਿਕਾਰ ਮਿਲਿਆ। ਅਸੀਂ ਉਹਦੀ ਹਾਲਤ ਨੂੰ ਹੋਰ ਖਰਾਬ ਨਾ ਹੋਣ ਦਈਏ। ਬਿਹਤਰ ਕਰੀਏ, ਚੰਗੀ ਗੱਲ ਹੈ, ਲੇਕਿਨ ਜੇ ਬਿਹਤਰ ਨਹੀਂ ਕਰ ਸਕਦੇ ਉਹਦੇ ਹਾਲਾਤਾਂ ਨੂੰ ਵਿਗੜਨ ਤੋਂ ਰੋਕੀਏ ਅਤੇ ਉੱਥੋਂ ਜਿਹੜੇ ਸਾਡੇ ਕੋਲ ਮੌਜੂਦ ਸਾਧਨ ਨੇ ਉਹਨਾਂ ਸਾਧਨਾਂ ਦੀ ਵਰਤੋਂ ਕਰਕੇ ਅਸੀਂ ਉਸ ਆਦਮੀ ਨੂੰ, ਉਸ ਖਿਡਾਰੀ ਨੂੰ ਮੁੱਢਲੀ ਸਹਾਇਤਾ ਦਿੰਦੇ ਹਾਂ। ਸੋ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਸਹਾਇਤਾ ਜਿਹੜੀ ਡਾਕਟਰ ਤੋਂ ਪਹਿਲਾਂ ਅਸੀਂ ਉਹਨੂੰ ਦਿੰਦੇ ਹਾਂ, ਠੀਕ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਫੌਰੀ ਤੌਰ ਦੇ ਉੱਤੇ ਜਿਸ ਤਰ੍ਹਾਂ ਦਾ ਹਾਦਸਾ ਹੋਇਆ, ਜਿਸ ਤਰ੍ਹਾਂ ਦੀ ਸੱਟ ਫੇਟ ਲੱਗੀ ਹੈ, ਉਹਦੇ 'ਚ ਬਿਨਾਂ ਕਿਸੇ ਦੇਰੀ ਤੋਂ ਪਹਿਲੇ ਨੰਬਰ 'ਤੇ ਤਾਂ ਫੌਰੀ ਤੌਰ 'ਤੇ ਜਿਹੜੀ ਅਸੀਂ ਉਹਨੂੰ ਸਹਾਇਤਾ ਦਿੰਦੇ ਹਾਂ ਉਹ ਮੁੱਢਲੀ ਸਹਾਇਤਾ ਹੈ, ਅਤੇ ਉਹ ਮੁੱਢਲੀ ਸਹਾਇਤਾ ਜਿਹੜੀ ਹੈ ਸਾਨੂੰ ਉਹਨੂੰ ਦੇਣੀ ਚਾਹੀਦੀ ਹੈ। ਉਹ ਸਭ ਤੋਂ ਪਹਿਲਾਂ ਆ ਜਾਂਦਾ ਬਨੌਟੀ
ਪਹਿਲਾਂ ਤਾਂ ਟਾਈਮ ਸਿਰ ਅਸੀਂ ਉਹਨੂੰ ਸਹਾਇਤਾ ਦਈਏ, ਫੌਰੀ ਤੌਰ 'ਤੇ ਸਭ ਤੋਂ ਪਹਿਲਾਂ ਡਾਕਟਰ ਦੇ ਕੋਲ ਪਹੁੰਚਣ ਤੋਂ ਪਹਿਲਾਂ ਸਹਾਇਤਾ ਦਈਏ। ਦੂਜੇ ਨੰਬਰ 'ਤੇ ਇਹ 'ਚ ਆ ਜਾਂਦਾ ਆਰਟੀਫਿਸ਼ੀਅਲ ਰੈਸਪੀਰੇਸ਼ਨ, ਬਨੌਟੀ ਸਾਹ, ਠੀਕ ਹੈ। ਉਹ ਅਸੀਂ ਪੀੜਤ ਵਿਅਕਤੀ ਨੂੰ ਉਹਦਾ ਜਿਹੜਾ ਸਾਹ ਚੱਲ ਰਿਹਾ ਜਾਂ ਨਹੀਂ ਇਹ ਦੇਖ ਸਕਦੇ ਹਾਂ, ਉਹਦੀ ਨਬਜ਼ ਚੱਲਦੀ ਹੈ ਕਿ ਨਹੀਂ ਦੇਖ ਸਕਦੇ ਹਾਂ। ਉਸ ਤੋਂ ਬਾਅਦ ਜੇ ਲੋੜ ਪਵੇ ਤਾਂ ਅਸੀਂ ਉਹਨੂੰ ਆਪਣੇ ਮੂੰਹ ਰਾਹੀਂ ਜਾਂ ਉਹਦੀ ਚੈਸਟ ਨੂੰ ਦਬਾ ਕੇ ਉਹਦੇ ਅਸੀਂ ਬਨੌਟੀ ਸਾਹ ਜਿਹੜੇ ਹੈਗੇ ਆ ਉਹ ਦੇ ਸਕਦੇ ਹੈਗੇ ਆ। ਜੇ ਕਿਤੇ ਖੂਨ ਵਗ ਰਿਹਾ ਤਾਂ ਉਸ ਖੂਨ ਦਾ ਵਹਾਅ ਰੋਕਣਾ ਸਾਡੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ। ਡਾਕਟਰੀ ਸਹਾਇਤਾ ਤੋਂ ਪਹਿਲਾਂ ਅਸੀਂ ਉਹਦੇ ਖੂਨ ਦੇ ਵਹਾਅ ਨੂੰ ਰੋਕੀਏ। ਹੌਸਲਾ ਦੇਣਾ, ਅਸੀਂ ਉਸ ਨੂੰ ਹੌਸਲਾ ਦਈਏ, ਉਹਦੇ ਦੁਆਲੇ ਘੇਰਾ ਪਾ ਕੇ ਹਾਏ ਹਾਏ ਬਹੁਤ ਸੱਟ ਲੱਗ ਗਈ ਇੱਦਾਂ ਦਾ ਕੋਈ ਮਾਨਸਿਕ ਤਣਾਅ ਨਾ ਪੈਦਾ ਕਰੀਏ। ਉਹਨੂੰ ਹੌਸਲਾ ਦਈਏ ਕਿ ਨਹੀਂ ਕੁਝ ਨਹੀਂ ਹੋਇਆ, ਬਹੁਤ ਕੁਝ ਠੀਕ ਆ, ਬਚਾਅ ਹੋ ਗਿਆ, ਸ਼ੁਕਰ ਹੈ, ਕੋਈ ਗੱਲ ਨਹੀਂ, ਠੀਕ ਹੋ ਜਾਵਾਂਗੇ। ਫਿਰ ਭੀੜ ਨੂੰ ਦੂਰ ਰੱਖਣਾ ਕਿ ਆਲੇ ਦੁਆਲੇ ਇਕੱਠ ਕਰਕੇ ਉਹਦੇ ਕਾਰਬਨ ਡਾਈਆਕਸਾਈਡ ਨਾ ਪੈਦਾ ਕਰੀਏ, ਉਹਨੂੰ ਆਕਸੀਜਨ ਆਉਣ ਦਈਏ। ਡਾਕਟਰੀ ਸਹਾਇਤਾ ਸਹੀ ਸਮੇਂ 'ਤੇ ਡਾਕਟਰ ਦੀ ਸਹਾਇਤਾ, ਡਾਕਟਰ ਕੋਲ ਉਹਨੂੰ ਲੈ ਕੇ ਜਾਣਾ ਜਾਂ ਡਾਕਟਰ ਨੂੰ ਉਹਦੇ ਕੋਲ ਬੁਲਾਉਣਾ, ਜਿੱਦਾਂ ਦੀ ਸਥਿਤੀ ਹੋਵੇ ਉਸ ਹਿਸਾਬ ਨਾਲ ਅਸੀਂ ਪ੍ਰਬੰਧ ਕਰੀਏ। ਸੋ ਮੁੱਢਲੀ ਸਹਾਇਤਾ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਇਹ ਕਾਊਂਟ ਕਰਦੀਆਂ ਨੇ। ਅੱਗੇ ਹੈ ਸਧਾਰਨ ਖੇਡ ਸੱਟਾਂ ਅਤੇ ਉਹਨਾਂ ਦੀ ਮੁੱਢਲੀ ਸਹਾਇਤਾ। ਹੁਣ ਮੁੱਖ ਤੌਰ 'ਤੇ ਸਾਨੂੰ ਜਦੋਂ ਕਿਸੇ ਦੇ ਸੱਟ ਫੇਟ ਲੱਗ ਜਾਂਦੀ ਹੈ, ਜੇ ਅਸੀਂ ਖਿਡਾਰੀ ਹਾਂ ਜਾਂ ਕੋਚ ਹਾਂ ਜਾਂ ਟੀਚਰ ਹਾਂ ਜਾਂ ਆਮ ਇਨਸਾਨ ਹਾਂ, ਤਾਂ ਅਸੀਂ ਉਸ ਸੱਟ ਫੇਟ ਵਾਲੇ ਵਿਅਕਤੀ ਦੇ ਨਾਲ ਕਿਸ ਤਰੀਕੇ ਦੇ ਨਾਲ ਪੇਸ਼ ਆਉਣਾ ਹੈਗਾ, ਠੀਕ ਹੈ। ਸੱਟ ਲੱਗਣ ਉਪਰੰਤ ਸੱਟ ਨੂੰ ਪਛਾਣਨ ਅਤੇ ਸਮੇਂ ਸਿਰ ਦਿੱਤੀ ਕਿ ਮੁੱਢਲੀ ਸਹਾਇਤਾ ਨਾਲ ਖਿਡਾਰੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਖੇਡ ਸੱਟਾਂ ਨੂੰ ਵਿਸਥਾਰ ਨਾਲ ਜਾਣਨ ਲਈ ਇਹਨਾਂ ਸੱਟਾਂ ਨੂੰ ਅਸੀਂ 2 ਵਰਗਾਂ ਵਿੱਚ ਵੰਡਦੇ ਹਾਂ: ਕੋਮਲ ਤੰਤੂਆਂ ਦੀਆਂ ਸੱਟਾਂ ਅਤੇ ਸਖਤ ਤੰਤੂਆਂ ਦੀਆਂ ਸੱਟਾਂ। ਕੋਮਲ ਤੰਤੂਆਂ ਦੀਆਂ ਜਿਹੜੀਆਂ ਸੱਟਾਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਚਮੜੀ ਦੀਆਂ ਸੱਟਾਂ ਵੀ ਕਹਿੰਦੇ ਹੈਗੇ ਹਾਂ, ਅਤੇ ਇਹ ਸੱਟਾਂ ਮਾਸਪੇਸ਼ੀਆਂ ਭਾਵ ਮਸਲਸ ਅਤੇ ਜੋੜਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਇਹਦੇ ਵਿੱਚ ਪਹਿਲੇ ਨੰਬਰ 'ਤੇ ਅਸੀਂ ਵਿਚਾਰਦੇ ਹਾਂ ਕੰਟਿਊਸ਼ਨ। ਕੰਟਿਊਸ਼ਨ ਕੀ ਹੈ? ਇਹ ਮਾਸਪੇਸ਼ੀਆਂ ਦੀ ਸੱਟ ਹੈ। ਮਾਸਪੇਸ਼ੀ ਉੱਪਰ ਕਿਸੇ ਵੀ ਭਾਰੀ ਵਸਤੂ ਦੇ ਟਕਰਾਅ ਨਾਲ ਚਮੜੀ ਹੇਠਲੀਆਂ ਜਿਹੜੀਆਂ ਕੋਸ਼ਿਕਾਵਾਂ ਨੇ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਸ਼ਿਕਾਵਾਂ ਦੇ ਫਟਣ ਕਾਰਨ ਅੰਦਰੂਨੀ ਲਹੂ ਦਾ ਰਿਸਾਅ ਸ਼ੁਰੂ ਹੋ ਜਾਂਦਾ, ਜਿਸ ਕਾਰਨ ਜਿੱਥੇ ਸੱਟ ਲੱਗੀ ਹੈ ਉਹ ਥਾਂ ਨੀਲਾ ਹੋਣ ਲੱਗ ਜਾਂਦਾ ਤਾਂ ਉੱਥੇ ਦਰਦ ਵੱਧ ਜਾਂਦਾ। ਇਹ ਅੰਦਰੂਨੀ ਸੱਟ ਹੁੰਦੀ ਹੈ ਅਤੇ ਬਾਹਰੀ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੁੰਦਾ। ਹੁਣ ਲੱਛਣ ਕੀ ਹੈ ਇਹਦੇ? ਸੱਟ ਲੱਗਣ ਵਾਲੀ ਜਗ੍ਹਾ ਦਾ ਰੰਗ ਨੀਲਾ ਹੋਣਾ, ਮਾਸਪੇਸ਼ੀ ਵਿੱਚ ਸੋਜ ਆ ਜਾਂਦੀ ਹੈ ਅਤੇ ਤੇਜ਼ ਦਰਦ ਹੁੰਦਾ ਹੈ, ਮਾਸਪੇਸ਼ੀ ਆਕੜ ਜਾਂਦੀ ਹੈ ਅਤੇ ਖਿਡਾਰੀ ਨੂੰ ਚੱਲਣ ਫਿਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ। ਹੁਣ ਇਹ 'ਚ ਅਸੀਂ ਸਹਾਇਤਾ ਕੀ ਦੇਣੀ ਹੈ ਜੀ? ਖਿਡਾਰੀ ਨੂੰ ਤੁਰੰਤ ਮੈਦਾਨ ਵਿੱਚੋਂ ਬਾਹਰ ਬੁਲਾ ਲੈਣਾ ਚਾਹੀਦਾ। ਸੱਟ ਵਾਲੀ ਜਗ੍ਹਾ ਉੱਪਰ ਬਰਫ਼ ਮਲਣੀ ਚਾਹੀਦੀ ਹੈ। ਹਰ ਘੰਟੇ ਬਾਅਦ ਚੰਗੀ ਤਰ੍ਹਾਂ ਬਰਫ਼ ਦੀ ਟਕੋਰ ਕਰਨੀ ਚਾਹੀਦੀ ਹੈ ਅਤੇ ਸੱਟ ਲੱਗਣ ਤੋਂ 48 ਘੰਟੇ ਤੱਕ ਉਹ ਬਰਫ਼ ਦੀ ਪ੍ਰਕਿਰਿਆ ਜਿਹੜੀ ਆ ਉਹ ਦੁਹਰਾਉਂਦੇ ਰਹਿਣਾ ਚਾਹੀਦਾ। ਸੱਟ ਵਾਲੀ ਥਾਂ ਨੂੰ ਮਲਣਾ ਨਹੀਂ ਚਾਹੀਦਾ। 48 ਘੰਟੇ ਬਾਅਦ ਹਲਕੇ ਕੋਸੇ ਪਾਣੀ ਨਾਲ ਸੇਕ ਦੇਣਾ ਚਾਹੀਦਾ, 48 ਘੰਟੇ ਬਾਅਦ। ਅੱਗੇ ਹੈ ਜੀ ਰਗੜ। ਖੇਡ ਦੇ ਖੇਤਰ ਵਿੱਚ ਸੱਟ ਨੂੰ ਸਧਾਰਨ ਸੱਟ ਮੰਨਿਆ ਜਾਂਦਾ ਹੈ। ਇਸ ਪ੍ਰਕਾਰ ਦੀ ਸੱਟ ਵਿੱਚ ਚਮੜੀ ਦਾ ਉੱਪਰਲਾ ਹਿੱਸਾ ਕਈ ਵਾਰ ਜ਼ਿਆਦਾ ਰਗੜਿਆ ਜਾਂਦਾ, ਛਿੱਲਿਆ ਜਾਂਦਾ ਹੈਗਾ। ਇਹ ਅਕਸਰ ਇਸ ਸੱਟ ਨੂੰ ਗੰਭੀਰ ਨਹੀਂ ਸਮਝਿਆ ਜਾਂਦਾ, ਪਰ ਡਿੱਗਣ ਕਾਰਨ ਜ਼ਖਮੀ ਹੋਈ ਚਮੜੀ ਵਿੱਚ ਕਿਸੇ ਰੋੜੇ ਜਾਂ ਹੋਰ ਨੁਕੀਲੀ ਚੀਜ਼ ਦੇ ਵੱਜਣ ਨਾਲ ਖਿਡਾਰੀ ਨੂੰ ਪਰੇਸ਼ਾਨੀ ਪੈ ਜਾਂਦੀ ਹੈ। ਜੇ ਰਗੜ ਲੱਗ ਜੇ ਕਰਨਾ ਕੀ ਹੈ? ਦੇਖੋ ਧਿਆਨ ਨਾਲ, ਚਮੜੀ ਦੀ ਬਾਹਰੀ ਸਤ੍ਹਾ ਜਿਹੜੀ ਆ, ਬਾਹਰਲੀ ਲੇਅਰ ਹੈ ਦਾ ਛਿੱਲਿਆ ਜਾਣਾ ਅਤੇ ਦਰਦ ਹੋਣਾ ਪਹਿਲੇ ਨੰਬਰ 'ਤੇ ਇਹਦਾ ਲੱਛਣ ਆ। ਜ਼ਖਮ ਵਾਲੀ ਥਾਂ ਤੋਂ ਖੂਨ ਨਿਕਲਣਾ ਅਤੇ ਜ਼ਖਮ ਵਾਲੀ ਥਾਂ 'ਤੇ ਜਲਣ ਹੋਣਾ, ਇਹ ਰਗੜ ਦੀਆਂ ਨਿਸ਼ਾਨੀਆਂ। ਅਤੇ ਸਹਾਇਤਾ ਅਸੀਂ ਕੀ ਦੇਣੀ ਹੈ? ਜ਼ਖਮ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ, ਜ਼ਖਮ ਉੱਪਰ ਦਵਾਈ ਲਾ ਕੇ ਸਾਫ਼ ਪੱਟੀ ਬੰਨ੍ਹ ਦੇਣੀ ਹੈ ਅਤੇ ਟੈਟਨਸ ਭਾਵ ਧੁਣਖਵਾ ਤੋਂ ਬਚਾਅ ਲਈ ਖਿਡਾਰੀ ਨੂੰ ਟੀਕਾ ਲਗਵਾਉਣਾ ਹੈ ਅਤੇ ਜ਼ਖਮ 'ਤੇ ਚੰਗੀ ਤਰ੍ਹਾਂ ਠੀਕ ਹੋਣ ਤੱਕ ਰੋਜ਼ਾਨਾ ਪੱਟੀ ਬੰਨ੍ਹਣੀ ਚਾਹੀਦੀ ਹੈ। ਅੱਗੇ ਹੈ ਜੀ ਵਿੰਨਿਆ ਹੋਇਆ ਜ਼ਖਮ। ਇਸ ਪ੍ਰਕਾਰ ਦੀ ਸੱਟ ਵਿੱਚ ਕਿਸੇ ਨੁਕੀਲੀ ਵਸਤੂ ਦੇ ਵੱਜਣ ਨਾਲ ਚਮੜੀ ਫਟ ਜਾਂਦੀ ਹੈ ਅਤੇ ਡੂੰਘਾ ਜ਼ਖਮ ਹੋ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਕਿਸੇ ਖਿਡਾਰੀ ਵੱਲੋਂ ਸੁੱਟਿਆ ਗਿਆ ਜੈਵਲਿਨ ਗਲਤੀ ਨਾਲ ਕਿਸੇ ਦੂਜੇ ਖਿਡਾਰੀ ਵਿੱਚ ਵੱਜਣ ਨਾਲ ਇਹ ਸੱਟ ਲੱਗਦੀ ਹੈ। ਇਹ ਸੱਟ ਨੂੰ ਗੰਭੀਰ ਸੱਟ ਮੰਨਿਆ ਜਾਂਦਾ ਹੈ ਕਿਉਂਕਿ ਕਈ ਵਾਰ ਜ਼ੋਰ ਨਾਲ ਵੱਜੀ ਬਾਹਰੀ ਵਸਤੂ ਚਮੜੀ ਨੂੰ ਚੀਰਦੀ ਹੋਈ ਮਾਸਪੇਸ਼ੀ ਦੇ ਅੰਦਰ ਤੱਕ ਜ਼ਖਮ ਕਰ ਦਿੰਦੀ ਹੈ, ਜਿਸ ਨਾਲ ਬਹੁਤ ਮਾਤਰਾ ਵਿੱਚ ਖੂਨ ਜਿਹੜਾ ਹੈ ਉਹ ਨਿਕਲਦਾ ਹੈ। ਹੁਣ ਇਹਦੇ ਲੱਛਣ ਕੀ ਨੇ? ਲੱਛਣ ਸਾਹਮਣੇ ਆ ਜੀ। ਬਾਹਰੀ ਚਮੜੀ ਫਟ ਜਾਂਦੀ ਹੈ, ਡੂੰਘਾ ਜ਼ਖਮ ਦਿਖਾਈ ਦਿੰਦਾ, ਸੱਟ 'ਚੋਂ ਖੂਨ ਨਿਕਲਦਾ ਅਤੇ ਖਿਡਾਰੀ ਨੂੰ ਤੇਜ਼ ਦਰਦ ਹੁੰਦਾ। ਅਤੇ ਸਹਾਇਤਾ ਕੀ ਹੈ? ਦੇਖੋ, ਸੱਟ ਵਾਲੇ ਥਾਂ ਨੂੰ ਸਾਫ਼ ਕੱਪੜੇ ਨਾਲ ਦਬਾ ਕੇ ਖੂਨ ਰੋਕਣਾ ਚਾਹੀਦਾ। ਸੱਟ ਨੂੰ ਚੰਗੇ ਐਂਟੀਸੈਪਟਿਕ ਨਾਲ ਸਾਫ਼ ਕਰਨਾ ਚਾਹੀਦਾ ਤਾਂ ਕਿ ਉਹ ਪੱਕੇ ਨਾ ਅਤੇ ਸੱਟ ਉੱਪਰ ਸਾਫ਼ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ। ਜ਼ਿਆਦਾ ਡੂੰਘਾ ਜ਼ਖਮ ਹੋਣ ਦੀ ਸੂਰਤ ਵਿੱਚ ਡਾਕਟਰ ਤੋਂ ਟਾਂਕੇ ਲਗਵਾ ਲੈਣੇ ਚਾਹੀਦੇ ਹਨ। ਸੱਟ ਦੇ ਨੇੜੇ ਖੇਤਰ ਉੱਪਰ ਬਰਫ਼ ਮਲਣੀ ਚਾਹੀਦੀ ਹੈ ਤਾਂ ਕਿ ਸੋਜ ਨਾ ਆਵੇ। ਅੱਗੇ ਹੈ ਜੀ ਚੀਰਾ ਲੱਗਣਾ। ਖੇਡ ਮੈਦਾਨ ਵਿੱਚ ਡਿੱਗਣ ਸਮੇਂ ਕਿਸੇ ਤਿੱਖੀ ਚੀਜ਼ ਨਾਲ ਅਗਰ ਚਮੜੀ ਉੱਪਰ ਕੋਈ ਚੀਰਾ ਲੱਗ ਜਾਵੇ, ਦੂਜੇ ਖਿਡਾਰੀ ਦੀ ਕੂਹਣੀ ਜਾਂ ਗੋਡਾ ਵੱਜਣ ਕਾਰਨ ਚਮੜੀ ਫਟ ਜਾਣ ਕਾਰਨ ਕਈ ਪ੍ਰਕਾਰ ਦੀਆਂ ਸੱਟਾਂ ਲੱਗ ਜਾਂਦੀਆਂ। ਸੱਟ ਵਾਲੀ ਥਾਂ 'ਤੇ ਚਮੜੀ ਦੇ ਫਟਣ ਕਾਰਨ ਖੂਨ ਨਿਕਲਦਾ
ਤੇ ਸੱਟ ਨੂੰ ਗੰਭੀਰ ਨਹੀਂ ਮੰਨਿਆ ਜਾਂਦਾ। ਚਮੜੀ ਇਹਦੇ 'ਚ ਲੱਛਣ ਕੀ ਹੈ? ਚਮੜੀ ਉੱਪਰ ਜ਼ਖਮ ਹੋ ਜਾਂਦਾ, ਕੱਟ ਕਾਰਨ ਖੂਨ ਤੇਜ਼ੀ ਨਾਲ ਨਿਕਲਦਾ। ਜੇਕਰ ਚੀਰਾ ਡੂੰਘਾ ਹੋਵੇ ਤਾਂ ਜ਼ਖਮ ਦੇ ਨੇੜੇ ਸੋਜ ਪੈ ਜਾਂਦੀ ਹੈ। ਇਹਦੇ 'ਚ ਅਸੀਂ ਸਹਾਇਤਾ ਕੀ ਕਰਨੀ ਹੈ? ਸੱਟ ਨੂੰ ਸਾਫ਼ ਕੱਪੜੇ ਨਾਲ ਦਬਾ ਕੇ ਖੂਨ ਰੋਕਣਾ ਚਾਹੀਦਾ, ਸੱਟ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ। ਸੱਟ ਉੱਪਰ ਰੂੰ ਰੱਖ ਕੇ, ਰੂੰ ਸਾਫ਼ ਹੋਣੀ ਚਾਹੀਦੀ ਹੈ, ਪੱਟੀ ਬੰਨ੍ਹ ਦੇਣੀ ਚਾਹੀਦੀ ਹੈ। ਸੱਟ ਨੂੰ ਮਿੱਟੀ ਆਦਿ ਤੋਂ ਬਚਾਉਣਾ ਚਾਹੀਦਾ, ਰੋਜ਼ਾਨਾ ਪੱਟੀ ਬਦਲਣੀ ਚਾਹੀਦੀ ਹੈ। ਅਤੇ ਜ਼ਖਮ ਜ਼ਿਆਦਾ ਡੂੰਘਾ ਹੋਣ ਜਾਂ ਖੂਨ ਬੰਦ ਨਾ ਹੋਣ ਦੀ ਸੂਰਤ ਵਿੱਚ ਖਿਡਾਰੀ ਨੂੰ ਡਾਕਟਰ ਕੋਲ ਲੈ ਜਾਣਾ ਚਾਹੀਦਾ। ਆਹ ਸੱਟ ਬੜੀ ਖਤਰਨਾਕ ਹੈ ਜੀ, ਮੋਚ। ਠੀਕ ਹੈ, ਅਸੀਂ ਪੁੱਠੇ ਸਿੱਧੇ ਥਾਂ ਪੈਰ ਧਰ ਲਿਆ ਜਾਂ ਟਰਨ ਕਰਨ ਲੱਗਿਆਂ ਕਿਸੇ ਖਿਡਾਰੀ ਦੇ ਵਿੱਚ ਟਕਰਾਉਣ ਲੱਗਿਆ ਜਾਂ ਕਿਸੇ ਤਰੀਕੇ ਨਾਲ ਵੀ ਖਿਡਾਰੀ ਦੇ ਭਾਰ ਕਰਕੇ ਜੋੜ ਦੇ ਹੱਦ ਤੋਂ ਵੱਧ ਦਬਾਅ ਪੈਣ ਨਾਲ ਇਹ ਸੱਟ ਲੱਗਦੀ ਹੈ। ਸੱਟ ਮੁੱਖ ਤੌਰ 'ਤੇ ਗਿੱਟੇ, ਗੋਡੇ ਜਾਂ ਗੁੱਟ ਦੇ ਜੋੜਾਂ ਵਿੱਚ ਲੱਗਦੀ ਹੈ। ਸੱਟ ਦੀ ਗੰਭੀਰਤਾ ਅਨੁਸਾਰ ਇਸ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ। ਮੋਚ 3 ਭਾਗਾਂ 'ਚ ਅਸੀਂ ਵੰਡਦੇ ਹਾਂ। ਦੇਖੋ 3 ਭਾਗ ਕਿਹੜੇ ਨੇ? ਮਾਮੂਲੀ ਮੋਚ, ਇਸ ਪ੍ਰਕਾਰ ਦੀ ਮੋਚ ਵਿੱਚ ਜੋੜ ਦੇ ਮੁੜਨ ਨਾਲ ਤੰਤੂਆਂ ਨੂੰ ਥੋੜ੍ਹੀ ਜਿਹੀ ਖਿੱਚ ਪੈ ਜਾਂਦੀ ਹੈ, ਪਰ ਜ਼ਿਆਦਾ ਨੁਕਸਾਨ ਨਹੀਂ ਹੁੰਦਾ। ਖਿਡਾਰੀ ਨੂੰ ਹਲਕਾ ਜਿਹਾ ਦਰਦ ਮਹਿਸੂਸ ਹੁੰਦਾ। ਦੂਜਾ ਦਰਮਿਆਨੀ ਮੋਚ, ਮੋਡਰੇਟ। ਠੀਕ ਹੈ, ਮੋਚ ਵਿੱਚ ਜੋੜ ਉੱਪਰ ਜ਼ਿਆਦਾ ਦਬਾਅ ਪੈਣ ਕਾਰਨ ਕੁਝ ਤੰਤੂ ਖਿੱਚੇ ਜਾਂਦੇ ਹਨ ਅਤੇ ਕੁਝ ਟੁੱਟ ਜਾਂਦੇ ਹਨ। ਇਸ ਨਾਲ ਖਿਡਾਰੀ ਨੂੰ ਤੇਜ਼ ਦਰਦ ਹੁੰਦਾ ਹੈ ਅਤੇ ਪ੍ਰਭਾਵਿਤ ਜੋੜ ਉੱਪਰ ਸੋਜ ਆ ਜਾਂਦੀ ਹੈ। ਤੀਜੀ ਹੈ ਸਖਤ ਮੋਚ। ਖਿਡਾਰੀ ਨੂੰ ਲੱਗਣ ਵਾਲੀ ਇਸ ਸੱਟ ਨੂੰ ਗੰਭੀਰ ਸੱਟ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਸਖਤ ਮੋਚ ਵਿੱਚ ਪ੍ਰਭਾਵਿਤ ਜੋੜ ਦੇ ਜ਼ਿਆਦਾਤਰ ਤੰਤੂ ਟੁੱਟ ਜਾਂਦੇ ਹਨ ਅਤੇ ਜੋੜ ਦੀ ਹਰਕਤ ਬਿਲਕੁਲ ਬੰਦ ਹੋ ਜਾਂਦੀ ਹੈ। ਖਿਡਾਰੀ ਚੱਲਣ ਤੋਂ ਅਸਮਰੱਥ ਹੋ ਜਾਂਦਾ ਅਤੇ ਸੱਟ ਨੂੰ ਠੀਕ ਹੋਣ ਲਈ ਲੰਮਾ ਸਮਾਂ ਲੱਗਦਾ ਹੈ। ਮੋਚ 3 ਤਰ੍ਹਾਂ ਦੀ ਹੈ: ਮਾਮੂਲੀ ਮੋਚ, ਦਰਮਿਆਨੀ ਮੋਚ ਅਤੇ ਸਖਤ ਮੋਚ। ਹੁਣ ਮੋਚ ਦੇ ਲੱਛਣ: ਸੱਟ ਵਾਲੇ ਜੋੜ ਉੱਪਰ ਤੇਜ਼ ਦਰਦ, ਪ੍ਰਭਾਵਿਤ ਜਿੱਥੇ ਸੱਟ ਲੱਗੀ ਹੈ ਉਸ ਉੱਪਰ ਸੋਜ ਜੋੜ 'ਤੇ ਪੈ ਜਾਂਦੀ ਹੈ। ਸੱਟ ਵਾਲੀ ਥਾਂ ਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਹਰਕਤ ਕਰਨ 'ਤੇ, ਮਤਲਬ ਹਿਲਜੁਲ ਕਰਨ 'ਤੇ ਜੋੜ ਵਿੱਚ ਤਕਲੀਫ ਹੁੰਦੀ ਹੈ। ਇਲਾਜ: ਮੋਚ ਦੇ ਇਲਾਜ ਲਈ ਪ੍ਰਾਈਸ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜੇਕਰ ਪ੍ਰਾਈਸ ਨੂੰ ਸਮਝਿਆ ਜਾਵੇ ਤਾਂ ਇਸ ਦਾ ਅਰਥ ਹੈ P ਦਾ ਮਤਲਬ ਪ੍ਰੋਟੈਕਸ਼ਨ ਭਾਵ ਬਚਾਅ, R ਦਾ ਮਤਲਬ ਰੈਸਟ ਭਾਵ ਆਰਾਮ, I ਦਾ ਮਤਲਬ ਆਈਸ ਭਾਵ ਬਰਫ਼, C ਦਾ ਮਤਲਬ ਕੰਪਰੈਸ਼ਨ ਭਾਵ ਦਬਾਅ ਅਤੇ E ਦਾ ਭਾਵ ਹੈ ਕੀ ਹੈ ਜੀ? ਐਲੀਵੇਸ਼ਨ, ਉੱਪਰ ਚੁੱਕਣਾ। ਸੱਟ ਲੱਗਣ ਤੋਂ ਬਾਅਦ ਜਿੰਨੀ ਛੇਤੀ ਇਸ ਸਿਧਾਂਤ ਅਨੁਸਾਰ ਖਿਡਾਰੀ ਦਾ ਇਲਾਜ ਸ਼ੁਰੂ ਕੀਤਾ ਜਾਵੇਗਾ, ਸੱਟ ਦੇ ਪ੍ਰਭਾਵ ਨੂੰ ਓਨਾ ਹੀ ਘੱਟ ਕੀਤਾ ਜਾ ਸਕਦਾ ਹੈ। PRICE ਅਨੁਸਾਰ ਮੋਚ ਦਾ ਇਲਾਜ ਹੇਠ ਲਿਖੇ ਅਨੁਸਾਰ ਹੈ। ਬਚਾਅ: ਪਹਿਲੀ ਗੱਲ ਤਾਂ ਸੱਟ ਲੱਗਣ ਤੋਂ ਤੁਰੰਤ ਬਾਅਦ ਖੇਡ ਨੂੰ ਰੋਕ ਦੇਣਾ ਚਾਹੀਦਾ ਹੈ। ਜ਼ਖਮੀ ਖਿਡਾਰੀ ਨੂੰ ਹਿਲਜੁਲ ਨਹੀਂ ਕਰਨੀ ਚਾਹੀਦੀ। ਸੱਟ ਵਾਲੇ ਜੋੜ ਨੂੰ ਸਹਾਰਾ ਦੇ ਕੇ ਖਿਡਾਰੀ ਨੂੰ ਮੈਦਾਨ ਤੋਂ ਬਾਹਰ ਲੈ ਕੇ ਆਉਣਾ ਚਾਹੀਦਾ ਹੈ। ਦੂਜਾ, ਆਰਾਮ ਦੀ ਸਥਿਤੀ ਵਿੱਚ ਖਿਡਾਰੀ ਨੂੰ ਰੱਖਣਾ ਚਾਹੀਦਾ। ਰੈਸਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਬਰਫ਼ ਇਹਦੇ ਉੱਪਰ ਮਲਣੀ ਚਾਹੀਦੀ ਹੈ। ਠੀਕ ਹੈ, ਸੱਟ ਲੱਗਣ ਤੋਂ ਅਗਲੇ 48 ਘੰਟੇ ਤੱਕ ਸਿਰਫ ਬਰਫ਼ ਦੀ ਟਕੋਰ ਹੀ ਕਰਨੀ ਚਾਹੀਦੀ ਹੈ। ਦਬਾਅ: ਅਗਲਾ ਪੁਆਇੰਟ ਹੈ, ਸੱਟ ਲੱਗਣ ਤੋਂ 48 ਘੰਟੇ ਬਾਅਦ ਸੱਟ ਵਾਲੇ ਜੋੜ ਉੱਪਰ ਕਰੇਪ ਪੱਟੀ ਬੰਨ੍ਹਣੀ ਚਾਹੀਦੀ ਹੈ। ਇਸ ਪੱਟੀ ਨਾਲ ਜੋੜ ਉੱਪਰ ਦਬਾਅ ਬਣਦਾ ਹੈ ਅਤੇ ਜੋੜ ਨੂੰ ਸਹਾਰਾ ਮਿਲਦਾ ਹੈ। ਦਬਾਅ ਨਾਲ ਜੋੜ ਦੀ ਸੋਜ ਠੀਕ ਹੁੰਦੀ ਹੈ। ਅੱਗੇ ਹੈ ਜੀ ਉੱਪਰ ਚੁੱਕਣਾ। ਆਰਾਮ ਕਰਦੇ ਸਮੇਂ ਖਿਡਾਰੀ ਨੂੰ ਵੱਧ ਤੋਂ ਵੱਧ ਸਮਾਂ ਸੱਟ ਵਾਲੇ ਜੋੜ ਨੂੰ ਦਿਲ ਦੇ ਪੱਧਰ ਤੋਂ ਉੱਪਰ ਚੁੱਕ ਕੇ ਰੱਖਣਾ ਚਾਹੀਦਾ ਹੈ। ਕਿਸੇ ਪੱਟੀ ਦੀ ਸਹਾਇਤਾ ਨਾਲ ਜਾਂ ਜੋੜ ਦੇ ਹੇਠਾਂ ਕੱਪੜਾ ਆਦਿ ਰੱਖ ਕੇ ਜੋੜ ਨੂੰ ਉੱਪਰ ਚੁੱਕਿਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਸੱਟ ਵਾਲੇ ਖੇਤਰ ਨੂੰ ਖੂਨ ਦੀ ਸਪਲਾਈ ਘੱਟ ਜਾਂਦੀ ਹੈ, ਜਿਸ ਨਾਲ ਸੋਜ ਠੀਕ ਹੋ ਜਾਂਦੀ ਹੈ। ਅੱਗੇ ਹੈ ਗਿਆ ਜੀ ਖਿਚਾਅ। ਖਿਚਾਅ ਨੂੰ ਅਸੀਂ ਅੰਗਰੇਜ਼ੀ ਵਿੱਚ ਸਟ੍ਰੇਨ ਕਹਿੰਦੇ ਹਾਂ ਜੀ। ਮਾਸਪੇਸ਼ੀ ਉੱਪਰ ਉਸਦੀ ਸਮਰੱਥਾ ਤੋਂ ਜੇ ਜ਼ਿਆਦਾ ਦਬਾਅ ਪੈਣ ਲੱਗ ਜੇ, ਖਿਚਾਅ ਆ ਜਾਂਦਾ ਹੈ। ਖੇਡ ਦੇ ਦੌਰਾਨ ਇਸ ਸੱਟ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਸਹੀ ਢੰਗ ਨਾਲ ਅਸੀਂ ਆਪਦੇ ਆਪ ਨੂੰ ਗਰਮਾਉਂਦੇ ਨਹੀਂ, ਵਾਰਮਅਪ ਨਹੀਂ ਹੁੰਦੇ, ਥਕਾਵਟ ਹੋਣ ਲੱਗਦੀ ਹੈ, ਜ਼ਿਆਦਾ ਦਬਾਅ ਪੈਣ ਲੱਗਦਾ, ਸਰੀਰਕ ਯੋਗਤਾ ਦੀ ਕਮੀ ਕਾਰਨ ਇਹ ਸੱਟ ਲੱਗਦੀ ਹੈ। ਲੱਛਣ ਕੀ ਹੈ? ਮਾਸਪੇਸ਼ੀ ਵਿੱਚ ਤੇਜ਼ ਦਰਦ ਹੁੰਦਾ ਹੈ, ਖਿਡਾਰੀ ਨੂੰ ਚੱਲਣ ਦੌੜਨ 'ਚ ਮੁਸ਼ਕਲ ਆਉਂਦੀ ਹੈ, ਸੱਟ ਵਾਲੀ ਥਾਂ 'ਤੇ ਸੋਜ ਪੈ ਜਾਂਦੀ ਹੈ, ਸੱਟ ਵਾਲੀ ਜਗ੍ਹਾ ਦਾ ਰੰਗ ਬਦਲ ਜਾਂਦਾ ਅਤੇ ਖਿਡਾਰੀ ਦੇ ਸਰੀਰਕ ਢਾਂਚੇ ਵਿੱਚ ਤਬਦੀਲੀ ਆ ਜਾਂਦੀ ਹੈ। ਇਲਾਜ ਬਿਲਕੁਲ ਸਾਹਮਣੇ ਆ ਤੁਹਾਡੇ ਜੀ। ਖਿਡਾਰੀ ਨੂੰ ਤੁਰੰਤ ਖੇਡ ਦੇ ਮੈਦਾਨ 'ਚੋਂ ਬਾਹਰ ਲਿਆਓ। ਸੱਟ ਵਾਲੀ ਥਾਂ 'ਤੇ ਬਰਫ਼ ਮਲਣੀ ਚਾਹੀਦੀ ਹੈ। ਅਗਲੇ 48 ਘੰਟੇ ਬਰਫ਼ ਦੀ ਟਕੋਰ ਕਰਨੀ ਚਾਹੀਦੀ ਹੈ। ਸੱਟ ਲੱਗਣ ਦੇ ਤੀਜੇ ਦਿਨ ਕੋਸੇ ਪਾਣੀ ਅਤੇ ਉਸ ਤੋਂ ਬਾਅਦ ਠੰਡੇ ਪਾਣੀ ਦੀ ਟਕੋਰ ਕਰਨੀ ਚਾਹੀਦੀ ਹੈ। ਸੱਟ ਵਾਲੀ ਥਾਂ ਉੱਪਰ ਮਾਲਿਸ਼ ਨਹੀਂ ਕਰਨੀ ਚਾਹੀਦੀ। ਦਰਦ ਅਤੇ ਸੋਜ ਦੂਰ ਕਰਨ ਉਪਰੰਤ ਖਿਡਾਰੀ ਨੂੰ ਹਲਕੀ ਕਸਰਤ ਕਰਨੀ ਚਾਹੀਦੀ ਹੈ। ਜਦੋਂ ਤੱਕ ਸੱਟ ਪੂਰੀ ਤਰ੍ਹਾਂ ਠੀਕ ਨਾ ਹੋ ਜਾਵੇ, ਉਦੋਂ ਤੱਕ ਖਿਡਾਰੀ ਨੂੰ ਖੇਡਾਂ ਵਿੱਚ ਭਾਗ ਨਹੀਂ ਲੈਣਾ ਚਾਹੀਦਾ। PRICE ਦੇ ਸਿਧਾਂਤ ਰਾਹੀਂ ਇਲਾਜ ਕਰਨ ਨਾਲ ਖਿਡਾਰੀ ਛੇਤੀ ਠੀਕ ਹੋ ਜਾਂਦਾ ਹੈ।
सख्त तंतुआं दीयां सट्टां इस प्रकार दीयां सट्टां मुੱਖ तौर ते हड्डियां दीयां सट्टां हुंदियां जिवें हड्डियां सख्त तंतु ਦੀਆਂ ਬਣੀਆਂ ਹੁੰਦੀਆਂ ਹਨ ਤੇ ਜਦੋਂ ਸੱਟ ਨਾਲ ਹੱਡੀ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਉਸ ਨੂੰ ਸਖਤ ਤੰਤੂਆਂ ਦੀਆਂ ਸੱਟਾਂ ਕਿਹਾ ਜਾਂਦਾ ਹੈ। ਹੱਡੀ ਦਾ ਉਤਰਨਾ ਅਤੇ ਹੱਡੀ ਦਾ ਟੁੱਟਣਾ ਦੋ ਪ੍ਰਕਾਰ ਦੀਆਂ ਸੱਟਾਂ ਜਿਨ੍ਹਾਂ ਨੂੰ ਇਸ ਵਰਗ ਵਿੱਚ ਰੱਖਿਆ ਜਾਂਦਾ ਹੈ। ਹੱਡੀ ਦਾ ਉਤਰਨਾ ਸਰੀਰ ਦੇ ਜਿਸ ਭਾਗ ਵਿੱਚ ਦੋ ਜਾਂ ਦੋ ਤੋਂ ਵੱਧ ਹੱਡੀਆਂ ਆਪਸ ਵਿੱਚ ਜੁੜੀਆਂ ਹਨ ਉਹਨਾਂ ਨੂੰ ਜੋੜ ਕਿਹਾ ਜਾਂਦਾ ਹੈ। ਕਿਸੇ ਜੋੜ ਉੱਪਰ ਅਚਾਨਕ ਸੱਟ ਲੱਗਣ ਕਾਰਨ ਝਟਕਾ ਲੱਗਣ ਕਾਰਨ ਜ਼ਿਆਦਾ ਦਬਾਅ ਪੈਣ ਕਾਰਨ ਜੋੜ ਦੇ ਗਲਤ ਦਿਸ਼ਾ ਵਿੱਚ ਮੁੜ ਜਾਣ ਕਾਰਨ ਜਦੋਂ ਕੋਈ ਚੱਲ ਹੱਡੀ ਆਪਣੇ ਜੋੜ ਨਾਲੋਂ ਵੱਖ ਹੋ ਜਾਂਦੀ ਹੈ ਤਾਂ ਉਸ ਜੋੜ ਦਾ ਉਤਰਨਾ ਕਿਹਾ ਜਾਂਦਾ ਹੈ। ਆਮ ਤੌਰ 'ਤੇ ਲੋਕ ਜੋੜ ਦੇ ਉਤਰਨ ਨੂੰ ਹੱਡੀ ਦਾ ਟੁੱਟਣਾ ਸਮਝ ਲੈਂਦੇ ਹਨ ਪਰ ਇਹਨਾਂ ਦੋਵਾਂ ਵਿੱਚ ਸੱਟਾਂ ਵਿੱਚ ਅੰਤਰ ਹੁੰਦਾ ਹੈ। ਜੋੜ ਦੇ ਉਤਰਨ ਵਿੱਚ ਦੋ ਹੱਡੀਆਂ ਨੂੰ ਬੰਨ੍ਹਣ ਵਾਲੇ ਤੰਤੂਆਂ ਨੂੰ ਖਿੱਚ ਜਾਂ ਸੱਟ ਲੱਗਣ ਕਾਰਨ ਉਹ ਪ੍ਰਭਾਵਿਤ ਹੁੰਦੇ ਹਨ ਅਤੇ ਹੱਡੀ ਆਪਣੇ ਜੋੜ ਨਾਲੋਂ ਵੱਖ ਹੋ ਜਾਂਦੀ ਹੈ। ਖੇਡਾਂ ਦੇ ਦੌਰਾਨ ਸੱਟ ਮੋਢੇ ਕੂਹਣੀ ਗੁੱਟ ਚੂਲੇ ਆਦਿ ਦੇ ਜੋੜ ਉੱਪਰ ਵਧੇਰੇ ਆਉਂਦੀ ਹੈ। ਹੁਣ ਲੱਛਣ ਕੀ ਨੇ ਜੀ? ਲੱਛਣ ਖਿਡਾਰੀ ਦੀ ਸੱਟ ਵਾਲੇ ਜੋੜ ਦੀ ਹਰਕਤ ਬੰਦ ਹੋ ਜਾਂਦੀ ਹੈ, ਹਿਲਜੁਲ ਬੰਦ ਹੋ ਜਾਂਦੀ ਹੈ, ਜੋੜ ਵਿੱਚ ਤੇਜ਼ ਦਰਦ ਹੁੰਦਾ ਹੈ, ਆਕਾਰ ਬਦਲ ਜਾਂਦਾ ਹੈ। ਜਿਸ ਜਗ੍ਹਾ 'ਤੇ ਹੱਡੀ ਉਤਰੀ ਹੋਵੇ ਉਹ ਜੋੜ ਖਾਲੀ ਮਹਿਸੂਸ ਹੁੰਦਾ ਹੈ। ਪ੍ਰਭਾਵਿਤ ਜੋੜ 'ਤੇ ਸੋਜ ਪੈ ਜਾਂਦੀ ਹੈ ਅਤੇ ਉਸ ਥਾਂ ਦੀ ਚਮੜੀ ਦਾ ਰੰਗ ਬਦਲ ਜਾਂਦਾ ਹੈ। ਇਲਾਜ ਜ਼ਖਮੀ ਖਿਡਾਰੀ ਨੂੰ ਮੈਦਾਨ ਤੋਂ ਬਾਹਰ ਕਰਨਾ, ਸੱਟ ਵਾਲੇ ਜੋੜ ਨੂੰ ਸਹਾਰਾ ਦੇਣਾ ਚਾਹੀਦਾ ਹੈ ਅਤੇ ਖਿਡਾਰੀ ਨੂੰ ਆਰਾਮ ਦੀ ਸਥਿਤੀ ਵਿੱਚ ਲੰਮੇ ਪਾ ਦੇਣਾ ਚਾਹੀਦਾ ਹੈ। ਸੱਟ ਵਾਲੀ ਥਾਂ 'ਤੇ ਬਰਫ਼ ਮਲਣੀ ਚਾਹੀਦੀ ਹੈ ਤਾਂ ਕਿ ਦਰਦ ਅਤੇ ਸੋਜ ਨੂੰ ਘੱਟ ਕੀਤਾ ਜਾ ਸਕੇ। ਪ੍ਰਭਾਵਿਤ ਜੋੜ ਨੂੰ ਹਿਲਾਉਣਾ ਨਹੀਂ ਚਾਹੀਦਾ। ਖਿਡਾਰੀ ਨੂੰ ਛੇਤੀ ਤੋਂ ਛੇਤੀ ਡਾਕਟਰ ਕੋਲ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਐਕਸਰੇ ਆਦਿ ਦੀ ਸਹਾਇਤਾ ਨਾਲ ਸੱਟ ਦੀ ਗੰਭੀਰਤਾ ਦਾ ਪਤਾ ਲੱਗ ਸਕੇ, ਸੱਟ ਕਿੰਨੀ ਕੁ ਲੱਗੀ ਹੈ। ਪੂਰੀ ਤਰ੍ਹਾਂ ਨਾਲ ਠੀਕ ਹੋਣ ਤੱਕ ਪ੍ਰਭਾਵਿਤ ਜੋੜ ਨੂੰ ਪੱਟੀ ਦਾ ਸਹਾਰਾ ਦੇਣਾ ਚਾਹੀਦਾ ਹੈ ਅਤੇ ਮੁਕੰਮਲ ਆਰਾਮ ਕਰਨਾ ਚਾਹੀਦਾ ਹੈ। ਹੱਡੀ ਦਾ ਟੁੱਟਣਾ ਜਿਹੜਾ ਬਹੁਤ ਵੱਡੀ ਸੱਟ ਮੰਨੀ ਜਾਂਦੀ ਹੈ। ਹੱਡੀ ਦੋ ਜਾਂ ਦੋ ਤੋਂ ਵੱਧ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ, ਇਹਨੂੰ ਅਸੀਂ ਹੱਡੀ ਦਾ ਟੁੱਟਣਾ ਕਹਿੰਦੇ ਹਾਂ। ਟੱਕਰ ਕਰਕੇ, ਖੇਡ ਮੈਦਾਨ ਉੱਚਾ ਨੀਵਾਂ ਹੋਣ ਕਰਕੇ ਇਸ ਤਰ੍ਹਾਂ ਦੀਆਂ ਸੱਟਾਂ ਜਿਹੜੀਆਂ ਨੇ ਉਹ ਲੱਗਦੀਆਂ ਨੇ। ਹੱਡੀ ਦੀ ਟੁੱਟ ਦੀਆਂ ਕਿਸਮਾਂ, ਹੁਣ ਹੱਡੀ ਦੀ ਟੁੱਟ ਦੀਆਂ ਕਿਸਮਾਂ ਕਿਹੜੀਆਂ ਨੇ ਅਸੀਂ ਹੇਠ ਲਿਖੇ ਵਰਗਾਂ ਵਿੱਚ ਵੰਡਦੇ ਹਾਂ। ਸਾਦੀ ਟੁੱਟ, ਇਸ ਪ੍ਰਕਾਰ ਦੀ ਟੁੱਟ ਵਿੱਚ ਸੱਟ ਲੱਗਣ ਉਪਰੰਤ ਹੱਡੀ ਟੁੱਟ ਕੇ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ ਪਰ ਬਾਹਰੀ ਚਮੜੀ ਉੱਪਰ ਕੋਈ ਨਿਸ਼ਾਨ ਦਿਖਾਈ ਨਹੀਂ ਦਿੰਦਾ। ਦੂਜੀ ਹੈ ਖੁੱਲ੍ਹੀ ਟੁੱਟ। ਹੱਡੀ ਟੁੱਟਣ ਤੋਂ ਬਾਅਦ ਜਦੋਂ ਮਾਸਪੇਸ਼ੀਆਂ ਨੂੰ ਭਾਵ ਮਸਲ ਨੂੰ ਚੀਰਦੀ ਹੋਈ ਚਮੜੀ 'ਚੋਂ ਬਾਹਰ ਨਿਕਲ ਆਉਂਦੀ ਹੈ ਤਾਂ ਇਸ ਨੂੰ ਖੁੱਲ੍ਹੀ ਟੁੱਟ ਕਿਹਾ ਜਾਂਦਾ ਹੈ। ਤੀਜਾ ਹੈ ਬਹੁਖੰਡੀ ਟੁੱਟ। ਕਿਸੇ ਗੰਭੀਰ ਸੱਟ ਤੋਂ ਬਾਅਦ ਜਦੋਂ ਹੱਡੀ ਇੱਕ ਤੋਂ ਜ਼ਿਆਦਾ ਥਾਵਾਂ ਤੋਂ ਟੁੱਟ ਜਾਂਦੀ ਹੈ ਤਾਂ ਉਸ ਹੱਡੀ ਦੀ ਟੁੱਟ ਨੂੰ ਅਸੀਂ ਉਹਦੇ ਟੁਕੜੇ ਜਦੋਂ ਹੋ ਜਾਂਦੇ ਉਹਨੂੰ ਬਹੁਖੰਡੀ ਟੁੱਟ ਕਹਿੰਦੇ ਹਾਂ। ਸੋ ਹੱਡੀ ਦੀ ਟੁੱਟ ਜਿਹੜੀ ਹੈ, ਇੱਕ ਹੈ ਸਿੰਪਲ ਫ੍ਰੈਕਚਰ, ਇੱਕ ਹੈ ਕੰਪਾਊਂਡ ਫ੍ਰੈਕਚਰ ਅਤੇ ਇੱਕ ਹੈ ਕਮਿਊਟਡ ਫ੍ਰੈਕਚਰ। ਠੀਕ ਹੈ ਜੀ, ਸਾਦੀ ਟੁੱਟ, ਖੁੱਲ੍ਹੀ ਟੁੱਟ ਅਤੇ ਬਹੁਖੰਡੀ ਟੁੱਟ। ਹੁਣ ਇਹਦਾ ਗੁੰਝਲਦਾਰ ਟੁੱਟ ਅੱਗੋਂ ਹੈਗੀ ਹੈ ਕੰਪਲੀਕੇਟਡ ਫ੍ਰੈਕਚਰ। ਜਦੋਂ ਹੱਡੀ ਟੁੱਟਣ ਤੋਂ ਬਾਅਦ ਨਾਲ ਲੱਗਦੇ ਅੰਗਾਂ ਵਿੱਚ ਧੱਸ ਜਾਵੇ ਉਸ ਨੂੰ ਗੁੰਝਲਦਾਰ ਟੁੱਟ ਕਿਹਾ ਜਾਂਦਾ ਹੈ, ਜਿਵੇਂ ਪਸਲੀ ਦੀ ਹੱਡੀ ਟੁੱਟ ਕੇ ਫੇਫੜਿਆਂ ਵਿੱਚ ਦਾਖਲ ਹੋ ਜਾਵੇ। ਅੱਗੇ ਹੈ ਕੱਚੀ ਟੁੱਟ, ਗ੍ਰੀਨ ਸਟਿਕ ਫ੍ਰੈਕਚਰ। ਇਸ ਪ੍ਰਕਾਰ ਦੀ ਟੁੱਟ ਵਿੱਚ ਹੱਡੀ ਪੂਰੀ ਤਰ੍ਹਾਂ ਨਹੀਂ ਟੁੱਟਦੀ ਬਲਕਿ ਹੱਡੀ ਦੇ ਇੱਕ ਪਾਸੇ ਤੋਂ ਹੱਡੀ ਦਾ ਛਿਲਕਾ ਉਤਰ ਜਾਂਦਾ ਹੈ। ਅੱਗੇ ਹੈ ਤਰੇੜ ਆਉਣਾ। ਇਸ ਵਿੱਚ ਹੱਡੀ ਉੱਪਰ ਸੱਟ ਲੱਗਣ ਬਾਅਦ ਹੱਡੀ ਵਿੱਚ ਤਰੇੜ ਆ ਜਾਂਦੀ ਹੈ ਪਰ ਹੱਡੀ ਆਪਣੀ ਸਧਾਰਨ ਸਥਿਤੀ ਵਿੱਚ ਰਹਿੰਦੀ ਹੈ। ਜੇਕਰ ਸੱਟ ਦਾ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਹੱਡੀ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ। ਅੱਗੇ ਹੈ ਦੱਬੀ ਹੋਈ ਟੁੱਟ। ਠੀਕ ਹੈ ਜੀ, ਇਹ ਕੀ ਹੈ? ਇਸ ਪ੍ਰਕਾਰ ਦੀ ਟੁੱਟ ਜ਼ਿਆਦਾਤਰ ਖੋਪੜੀ ਦੀਆਂ ਹੱਡੀਆਂ ਜਾਂ ਸਰੀਰ ਦੀਆਂ ਚਪਟੀਆਂ ਹੱਡੀਆਂ ਵਿੱਚ ਹੁੰਦੀ ਹੈ। ਇਸ ਟੁੱਟ ਵਿੱਚ ਹੱਡੀ ਟੁੱਟਦੀ ਨਹੀਂ ਪਰ ਸੱਟ ਦੇ ਭਾਰ ਕਾਰਨ ਅੰਦਰ ਨੂੰ ਧੱਸ ਜਾਂਦੀ ਹੈ। ਹੁਣ ਲੱਛਣ ਸੱਟ ਵਾਲੀ ਜਗ੍ਹਾ 'ਤੇ ਦਰਦ, ਫਿਰ ਉਸ ਤੋਂ ਬਾਅਦ ਸੋਜ, ਰੰਗ ਬਦਲ ਜਾਣਾ, ਟੁੱਟੀ ਹੋਈ ਹੱਡੀ ਬੇਢੰਗਾ ਰੂਪ ਧਾਰਨ ਕਰ ਲੈਂਦੀ ਹੈ, ਹੱਡੀ ਦੀ ਹਰਕਤ ਬੰਦ ਹੋ ਜਾਂਦੀ ਹੈ, ਥੋੜ੍ਹੀ ਜਿਹੀ ਹਰਕਤ 'ਤੇ ਤੇਜ਼ ਦਰਦ ਹੁੰਦਾ ਹੈ ਅਤੇ ਚਰ-ਚਰ ਦੀ ਆਵਾਜ਼ ਆਉਂਦੀ ਹੈ। ਅਤੇ ਇਲਾਜ ਕੀ ਹੈ ਜੀ ਇਹਦਾ? ਦੇਖੋ, ਟੁੱਟੀ ਹੋਈ ਹੱਡੀ ਨੂੰ ਬਿਲਕੁਲ ਹਿਲਾਉਣਾ ਨਹੀਂ ਚਾਹੀਦਾ ਅਤੇ ਪ੍ਰਭਾਵਿਤ ਹੱਡੀ ਨੂੰ ਸਹਾਇਤਾ ਦੇਣਾ ਚਾਹੀਦੀ ਹੈ। ਜੇਕਰ ਖੁੱਲ੍ਹੀ ਟੁੱਟ ਕਾਰਨ ਲਹੂ ਵਗ ਰਿਹਾ ਹੋਵੇ ਤਾਂ ਲਹੂ ਰੋਕਣਾ ਚਾਹੀਦਾ ਹੈ। ਟੁੱਟ ਵਾਲੀ ਥਾਂ 'ਤੇ ਫੱਟੀਆਂ ਆਦਿ ਬੰਨ੍ਹ ਕੇ ਪੱਟੀ ਕਰਨੀ ਚਾਹੀਦੀ ਹੈ। ਜ਼ਖਮੀ ਨੂੰ ਛੇਤੀ ਤੋਂ ਛੇਤੀ ਡਾਕਟਰ ਦੀ ਸਹਾਇਤਾ ਲਈ ਲੈ ਕੇ ਜਾਣਾ ਚਾਹੀਦਾ ਹੈ ਤਾਂ ਕਿ ਐਕਸਰੇ ਕਰਕੇ ਅਸੀਂ ਅੰਦਾਜ਼ਾ ਲਾ ਸਕੀਏ ਅਤੇ ਸਹੀ ਇਲਾਜ ਕਰ ਸਕੀਏ। ਟੁੱਟੀ ਹੋਈ ਹੱਡੀ ਨੂੰ ਲੋੜ ਪੈਣ 'ਤੇ ਪਲਸਤਰ ਲਾਉਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਆਰਾਮ ਕਰਨਾ ਚਾਹੀਦਾ ਹੈ। ਵਿਦਿਆਰਥੀਓ, ਇਹ ਹੈ ਤੁਹਾਡੇ ਵਾਸਤੇ ਕੁਝ ਪ੍ਰਸ਼ਨ, 1 ਅੰਕ ਵਾਲੇ, 2 ਅੰਕਾਂ ਵਾਲੇ, 3 ਅੰਕਾਂ ਵਾਲੇ ਅਤੇ 5 ਅੰਕਾਂ ਵਾਲੇ ਤੁਹਾਡੀ ਸਕਰੀਨ 'ਤੇ ਨੇ।
ਆਪਾਂ ਪੂਰੇ ਵਿਸਥਾਰ ਨਾਲ ਚੈਪਟਰ ਨੂੰ ਪੜ੍ਹ ਲਿਆ, ਅਤੇ ਮੈਨੂੰ ਲੱਗਦਾ ਤੁਹਾਨੂੰ ਇਹਨਾਂ ਦੇ ਉੱਤਰ ਦੇਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੋਏਗੀ। ਸੋ ਇਹ ਅੱਜ ਦਾ ਬਹੁਤ ਹੀ ਮਹੱਤਵਪੂਰਨ, ਸਾਡਾ ਬੜਾ ਇੰਪੋਰਟੈਂਟ ਅਹਿਮ ਪਾਠ ਸੀ। ਇਹ ਸਾਡਾ ਲੈਸਨ ਸੀ ਸਪੋਰਟਸ ਇੰਜਰੀਜ਼, ਖੇਡ ਸੱਟਾਂ। ਅਤੇ ਮੈਂ ਇਹਨੂੰ ਸਿਰਫ ਇੱਕ ਵਿਦਿਆਰਥੀਆਂ ਲਈ ਨਹੀਂ ਰੱਖੂੰਗਾ, ਇਹ ਸਾਰਿਆਂ ਵਾਸਤੇ ਹੈ, ਸਾਰੇ ਖਿਡਾਰੀਆਂ ਵਾਸਤੇ। ਉਹ ਪੜ੍ਹੇ ਹੋਏ ਆ, ਉਹ ਨਹੀਂ ਪੜ੍ਹੇ ਹੋਏ, ਉਹ ਵੱਖਰੀ ਚੀਜ਼ ਹੈ, ਲੇਕਿਨ ਇਹ ਆਵਾਜ਼ ਅਤੇ ਇਹ ਮੈਟਰ ਜਿਹੜਾ ਹੈ ਸਾਰਾ, ਇਹ ਤੁਸੀਂ ਹਰੇਕ ਨਾਲ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਇਹ ਚੀਜ਼ਾਂ ਨਾ ਆਮ ਜ਼ਿੰਦਗੀ 'ਚ ਵੀ ਸਾਡੇ ਕੰਮ ਆਉਣ ਵਾਲੀਆਂ ਨੇ। ਕੇਵਲ ਟੀਚਰਾਂ ਲਈ ਜਾਂ ਕੋਚਿਜ਼ ਲਈ ਜਾਂ ਆਪਣੇ ਸਿਰਫ ਸਿਖਿਆਰਥੀਆਂ ਲਈ ਜਾਂ ਪਲੇਅਰਸ ਲਈ ਹੀ ਨਹੀਂ, ਇਹ ਆਮ ਜ਼ਿੰਦਗੀ 'ਚ ਵੀ ਬੜੀਆਂ ਕੰਮ ਆਉਣ ਵਾਲੀਆਂ ਚੀਜ਼ਾਂ ਨੇ। ਇਹਨਾਂ ਨੂੰ ਸਾਂਭ ਕੇ ਰੱਖਿਓ ਅਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ। ਅਗਲੀ ਵੀਡੀਓ ਵਿੱਚ ਬਹੁਤ ਜਲਦ ਮਿਲਾਂਗੇ। ਸ਼ੁਕਰੀਆ।